ਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਾਸ ਦੀ ਆਰੰਭਤਾ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਇੱਕ ਵਾਰੀ ਅਸੀਂ ਕਰਾਂਗੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਿਗੁਰੂ ਜੀ ਦੀ ਪਾਰ ਕਿਰਪਾ ਨਾਲ ਅਸੀਂ ਸਿੱਖ ਧਰਮ ਫਿਲਾਸਫੀ ਦੇ ਕੁਝ ਵਿਸ਼ੇ ਪਿਛਲੇ ਕਾਫੀ ਸਮੇਂ ਤੋਂ ਕਰ ਰਹੇ ਹਾਂ। ਪਿਛਲੇ ਹਫ਼ਤੇ ਦੀ ਵਿਚਾਰ ਤੋਂ ਬਾਅਦ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਹੈ ਅੰਮ੍ਰਿਤ ਵੇਲਾ। ਸਿੱਖ ਧਰਮ ਦੇ ਵਿੱਚ ਅੰਮ੍ਰਿਤ ਵੇਲੇ ਦੀ ਇੱਕ ਖਾਸ ਮਹਾਨਤਾ ਹੈ। ਜੇ ਅਸੀਂ ਪੁਰਾਤਨ ਹਿਸਟਰੀ ਨੂੰ, ਇਤਿਹਾਸ ਨੂੰ ਵੇਖਦੇ ਹਾਂ, ਪੁਰਾਤਨ ਗੁਰਸਿੱਖਾਂ ਦੇ, ਗੁਰੂ ਪਿਆਰਿਆਂ ਦੇ ਜੀਵਨ ਵੱਲ ਨਜ਼ਰ ਮਾਰਦੇ ਹਾਂ, ਤਾਂ ਸਾਨੂੰ ਉਹਨਾਂ ਦੇ ਜੀਵਨ 'ਚ ਇੱਕ ਖਾਸ ਗੱਲ ਮਿਲਦੀ ਹੈ। ਉਹ ਗੱਲ ਹੈ ਉਹਨਾਂ ਦੇ ਜੀਵਨ ਵਿੱਚ ਅੰਮ੍ਰਿਤ ਵੇਲੇ ਉੱਠਣ ਦਾ ਨਿਯਮ। ਉਹ ਆਪਣੇ ਨਿਯਮ ਦੇ ਬਹੁਤ ਪਾਬੰਦ ਸਨ। ਇਸੇ ਵਾਸਤੇ ਹੀ ਉਹਨਾਂ ਦੇ ਆਤਮਿਕ ਜੀਵਨ ਦੇ ਵਿੱਚ ਉਹ ਉੱਚੀਆਂ ਉਡਾਰੀਆਂ, ਉੱਚੀ ਆਤਮਿਕ ਅਵਸਥਾ, ਗੁਰੂ ਨਾਲ ਮੁਹੱਬਤ, ਗੁਰੂ ਨਾਲ ਪਿਆਰ, ਇਹ ਬਹੁਤ ਦੇਖਣ ਨੂੰ ਮਿਲਦਾ ਹੈ, ਜੋ ਅੱਜ ਕੱਲ੍ਹ ਥੋੜਾ ਜਿਹਾ ਜਿਹ 'ਚ ਕਮੀ ਨਜ਼ਰ ਆਉਂਦੀ ਹੈ। ਜੀਵਨ ਵਿੱਚ ਜੇ ਅੱਜ ਸਾਡੇ ਆਤਮਿਕ ਪੱਖ ਤੋਂ ਕੋਈ ਕਮਜ਼ੋਰੀ ਆ ਰਹੀ ਹੈ ਤਾਂ ਇੱਕ ਕਾਰਨ ਇਹ ਵੀ ਹੈ, ਅਸੀਂ ਅੰਮ੍ਰਿਤ ਵੇਲੇ ਉੱਠਣ ਦੇ ਨਿਯਮ ਦੀ ਕੁਝ ਉਲੰਘਣਾ ਕਰ ਰਹੇ ਹਾਂ। ਜੇ ਸਾਡਾ ਮਨ ਗੁਰਬਾਣੀ ਸੁਣਨ ਵਿੱਚ, ਪੜ੍ਹਨ ਵਿੱਚ ਇਕਾਗਰ ਨਹੀਂ ਹੋ ਰਿਹਾ ਤਾਂ ਇਸ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਅੰਮ੍ਰਿਤ ਵੇਲਾ ਖੁੰਝਾ ਦਿੱਤਾ ਹੈ ਜਾਂ ਉਸ ਨੂੰ ਛੱਡ ਦਿੱਤਾ ਹੈ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਦੋਂ ਜੀਵਨ ਗੁਰਬਾਣੀ ਨੂੰ ਦੇਖਦੇ ਹਾਂ, ਗੌੜੀ ਦੀ ਵਾਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 305 ਦੇ ਉੱਤੇ ਗੁਰਸਿੱਖ ਦੇ ਜੀਵਨ ਦਾ ਟਾਈਮ ਟੇਬਲ ਉਲੀਕਿਆ ਹੈ। ਉਸ ਵੇਲੇ ਉਸ ਟਾਈਮ ਟੇਬਲ ਵਿੱਚ ਵੀ ਅੰਮ੍ਰਿਤ ਵੇਲੇ ਉੱਠਣ ਦਾ ਨਿਯਮ ਸਭ ਤੋਂ ਪਹਿਲਾਂ ਦਰਜ ਕੀਤਾ ਗਿਆ ਹੈ। ਸਤਿਗੁਰੂ ਜੀ ਉਹਦੇ 'ਚ ਫਰਮਾਨ ਕਰਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲੁਖ ਪਾਪ ਦੋਖ ਲੈ ਜਾਵੇ। ਇੱਥੋਂ ਸਾਨੂੰ ਕੁਝ ਗਾਈਡਲਾਈਨਸ ਜਿਹੜੀਆਂ ਮਿਲਦੀਆਂ ਹਨ ਗੁਰੂ ਕੇ ਸਿੱਖ ਦੇ ਜੀਵਨ ਦੇ ਬਾਰੇ 'ਚ, ਟਾਈਮ ਟੇਬਲ ਦੇ ਬਾਰੇ 'ਚ ਗਾਈਡਲਾਈਨਸ ਗੁਰੂ ਸਤਿਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਹਨ। ਜੇ ਅਸੀਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ ਤਾਂ ਉਹਨਾਂ ਦੇ ਫਰਮਾਨ ਜਿਹੜੇ ਹਨ, ਉਹਨਾਂ ਦੀਆਂ ਵਾਰਾਂ ਦੇ ਵਿੱਚ ਦਰਜ ਕੀਤੇ ਗਏ ਹਨ। ਉਹਦੇ 'ਚ ਵੀ ਭਾਈ ਸਾਹਿਬ ਲਿਖਦੇ ਨੇ, ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਬੰਦਾ, ਗੁਰ ਕੈ ਬਚਨ ਉਚਾਰ ਕੈ ਧਰਮਸ਼ਾਲ ਦੀ ਸੁਰਤ ਕਰੰਦਾ, ਸਾਧ ਸੰਗਤ ਵਿੱਚ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਇਹਨਾਂ ਬੋਲਾਂ ਤੋਂ, ਗੁਰੂ ਰਾਮਦਾਸ ਮਹਾਰਾਜ ਦੇ ਗੁਰਬਾਣੀ ਵਾਕਾਂ ਤੋਂ ਇੱਕ ਗੱਲ ਤਾਂ ਬੜੀ ਸਪਸ਼ਟ ਜਿਹੀ ਨਿਕਲਦੀ ਹੈ, ਸਾਨੂੰ ਸਿੱਟਾ ਜਿਹਾ ਰਿਜ਼ਲਟ ਜਿਹਾ ਨਿਕਲਦਾ ਹੈ ਕਿ ਗੁਰੂ ਸਾਹਿਬ ਉਸ ਵਿਅਕਤੀ ਨੂੰ ਸਿੱਖੀ ਦੇ ਦਾਇਰੇ ਵਿੱਚ ਗਿਣਦੇ ਹਨ
ਜੋ ਇਸ ਨਿਯਮ ਦੇ ਉੱਤੇ ਪਰਪੱਕਤਾ ਨਾਲ ਪਹਿਰਾ ਦਿੰਦੇ ਹਨ। ਉੱਠਣਾ, ਇਸ਼ਨਾਨ ਕਰਨਾ, ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਉਹਦੀ ਯਾਦ ਵਿੱਚ ਜੁੜਨਾ। ਇਸ ਲਈ ਜਿਸ ਮਨੁੱਖ ਨੇ ਸੱਚਮੁੱਚ ਹੀ ਸਿੱਖ ਕਹਾਉਣਾ ਹੈ ਤਾਂ ਉਹਦੇ ਵੇਲੇ ਹੀ ਅੰਮ੍ਰਿਤ ਵੇਲੇ ਉੱਠਣ ਦਾ ਨਿਯਮ ਜਿਹੜਾ ਹੈ ਜਾਂ ਇਹ ਆਤਮਿਕ ਰਹਿਤ ਰੱਖਣੀ ਬੜੀ ਜ਼ਰੂਰੀ ਹੈ। ਜਿੰਨੀ ਕੁ ਅਸੀਂ ਪੰਜ ਕਕਾਰਾਂ ਦੀ ਰਹਿਤ ਰੱਖਦੇ ਹਾਂ, ਉਨੀ ਕੁ ਰਹਿਤ ਰੱਖਣ ਦੀ ਲੋੜ ਸਾਨੂੰ ਜਿਹੜੀ ਹੈ ਉਹ ਇਹਦੇ ਵਿੱਚ ਵੀ ਨਜ਼ਰ ਆਉਂਦੀ ਹੈ। ਹੁਣ ਸਵਾਲ ਪੈਦਾ ਹੋ ਗਿਆ ਕਿ ਇਹ ਨਿਯਮ, ਇਹ ਰਹਿਤ ਰੱਖਣ ਦੀ ਲੋੜ ਕਿਉਂ ਪਈ, ਜਾਂ ਕਿਉਂ ਗੁਰੂ ਸਾਹਿਬ ਜੀ ਨੇ ਇਹਦੇ ਬਾਰੇ ਸਾਨੂੰ ਇੰਨੀ ਪਰਪੱਕਤਾ ਦੀ ਗੱਲ ਕੀਤੀ ਹੈ। ਇਹ ਅਗਲਾ ਸਵਾਲ ਸਾਡਾ ਅੱਗੇ ਖੜਾ ਹੋ ਜਾਂਦਾ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਅੰਮ੍ਰਿਤ ਵੇਲਾ ਇੱਕ ਐਸਾ ਸਮਾਂ ਹੈ, ਐਸਾ ਟਾਈਮ ਹੈ ਜਿਹਦੇ ਵਿੱਚ ਮਨੁੱਖੀ ਮਨ ਥੋੜਾ ਇਕਾਗਰ ਹੁੰਦਾ ਹੈ। ਇਹ ਇਕਾਗਰ ਹੋਇਆ ਮਨ ਪਰਮਾਤਮਾ ਦੇ ਨਾਲ, ਪਰਮਾਤਮਾ ਦੀ ਯਾਦ ਵਿੱਚ ਸਹਿਜ ਹੀ ਆਰਾਮ ਨਾਲ ਜੁੜ ਸਕਦਾ ਹੈ। ਜਿਵੇਂ ਜਿਵੇਂ ਦਿਨ ਚੜ੍ਹਦਾ ਹੈ, ਮਨੁੱਖ ਦੀ ਮਨ ਦੀ ਬਿਰਤੀਆਂ ਖਿਲਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਕੰਮ ਧੰਦਿਆਂ ਦੀ ਚਿੰਤਾ, ਘਰ ਦੇ ਹੋਰ ਜ਼ਿੰਮੇਵਾਰੀਆਂ, ਕਈ ਪਾਸੇ ਮਨ ਦੌੜਦਾ ਹੈ। ਦੁਨੀਆ ਦੇ ਧੰਦਿਆਂ 'ਚ ਮਨੁੱਖ ਐਸਾ ਖਚਤ ਹੋ ਜਾਂਦਾ ਹੈ ਕਿ ਫਿਰ ਉਹਨਾਂ ਵਿੱਚੋਂ ਕਈ ਵਾਰੀ ਨਿਕਲਣਾ ਵੀ ਬੜਾ ਔਖਾ ਜਿਹਾ ਜਾਪਦਾ ਹੈ। ਭੁੱਖ, ਤ੍ਰੇਹ, ਹੋਰ ਚੀਜ਼ਾਂ ਵੀ ਫਿਰ ਚਮਕਦੀਆਂ ਹਨ। ਧਿਆਨ ਖਾਣ ਪੀਣ ਵਿੱਚ, ਸਾਰਾ ਦਿਨ ਮਨੁੱਖ ਦਾ ਕੰਮ ਕਾਰ 'ਚ ਨਿਕਲਦਾ ਹੈ, ਥਕਾਵਟ ਹੁੰਦੀ ਹੈ, ਸਰੀਰ ਥੱਕਦਾ ਹੈ। ਫਿਰ ਇਸ ਥਕਾਵਟ ਕਰਕੇ ਹੀ ਮਨੁੱਖ ਨੂੰ ਰਾਤ ਨੂੰ ਨੀਂਦ ਆਉਂਦੀ ਹੈ, ਤੇ ਨੀਂਦ ਜੋ ਰਾਤ ਸੁੱਤਿਆਂ ਵੀ ਬੀਤ ਜਾਂਦੀ ਹੈ। ਤਾਂ ਇੱਕ ਸਮਾਂ ਇੱਕ ਐਸਾ ਬਚਦਾ ਜਿਹੜਾ ਸਾਰੇ ਸਮਿਆਂ ਦੇ ਵਿੱਚੋਂ, ਉਹਦਾ ਨਾਮ ਅੰਮ੍ਰਿਤ ਵੇਲਾ ਰੱਖਿਆ ਗਿਆ ਹੈ, ਜਦੋਂ ਮਨੁੱਖੀ ਮਨ ਦੀ ਇਕਾਗਰਤਾ ਦੀ ਗੱਲ ਗੁਰਬਾਣੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਮਾਝ ਕੀ ਵਾਰ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਜੋ ਮਨੁੱਖ ਅੰਮ੍ਰਿਤ ਵੇਲੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਇੱਕ ਮਨ ਹੋ ਕੇ ਉਸ ਪ੍ਰਭੂ ਨੂੰ ਸਿਮਰਦੇ ਹਨ, ਅਸਲ ਵਿੱਚ ਉਹ ਆਪਣੇ ਮਨ ਦੇ ਨਾਲ ਇੱਕ ਜੰਗ ਲੜਦੇ ਹਨ, ਇੱਕ ਲੜਾਈ ਲੜ ਰਹੇ ਹਨ। ਆਲਸ ਵਿੱਚੋਂ ਨਿਕਲ ਕੇ ਬੰਦਗੀ ਦਾ ਉਦਮ ਕਰਨਾ, ਅਸਲ 'ਚ ਮਨੁੱਖ ਉਹ ਪੂਰੇ ਸ਼ਾਹ ਹਨ, ਉਹ ਪੂਰੇ ਮੁਕੰਮਲ ਮਨੁੱਖ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਾਬਾਹੀ ਸਾਲਾ ਜਿਨੀ ਧਿਆਇਆ ਇੱਕ ਮਨ, ਸਹੀ ਪੂਰੇ ਸ਼ਾਹ ਵਕਤ ਉੱਪਰ ਲੜ ਮੁਏ। ਉਹੀ ਸ਼ਾਹ ਨੇ, ਉਹੀ ਸੂਰਮੇ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਹਨਾਂ ਨਾਲ ਜੰਗ ਕਰਦੇ ਹਨ, ਆਪਣੇ ਮਨ ਦੇ ਨਾਲ। ਮਨ ਕਹਿੰਦਾ ਸੌਣਾ ਹੈ ਤੇ ਗੁਰੂ ਦਾ ਹੁਕਮ ਹੈ ਉੱਠਣਾ ਹੈ। ਇਹ ਜੰਗ ਹੈ ਕਿ ਯੁੱਧ ਹੈ ਵਿਚਾਰਾਂ ਦਾ। ਉਹ ਸੂਰਮੇ ਹਨ ਜਿਹੜੇ ਇਸ ਯੁੱਧ ਵਿੱਚ ਜਿੱਤਦੇ ਹਨ। ਗੁਰੂ ਜੀ ਨੇ ਉਹਨਾਂ ਨੂੰ ਸੂਰਮੇ ਕਿਹਾ। ਬੰਦਗੀ ਦੇ ਆਹਾਰ ਵਿੱਚ ਲੱਗਦੇ ਹਨ। ਪਰ ਜਦੋਂ ਅੰਮ੍ਰਿਤ ਵੇਲੇ ਉੱਠਣ ਦਾ ਅਭਿਆਸ ਜਾਂ ਪ੍ਰੈਕਟਿਸ ਸਾਡੀ ਪੱਕ ਜਾਂਦੀ ਹੈ, ਉਹਦੀ ਯਾਦ ਮਨ ਵਿੱਚ ਕਰਨ ਦਾ ਚਾਅ ਜਦੋਂ ਬਣ ਜਾਂਦਾ ਹੈ, ਫਿਰ ਇਹ ਅੱਠੇ ਪਹਿਰ ਹੀ, ਅੱਠੇ ਪਹਿਰ ਇੱਕ ਤੇ ਲਵੇ ਮੰਨਣ ਹੁਕਮ ਅਪਾਰ ਦੀ ਅਵਸਥਾ ਦੇ ਜਾ ਪਹੁੰਚਦਾ। ਮਨੁੱਖ ਉੱਥੇ ਪਹੁੰਚ ਜਾਂਦਾ ਹੈ। ਫਿਰ ਅੱਠੇ ਪਹਿਰ ਪ੍ਰਮਾਤਮਾ ਦੀ ਯਾਦ ਲਿਵ ਜਿਹੜੀ ਇੱਕ ਵਿੱਚ ਜੁੜਦੀ ਰਹਿੰਦੀ ਹੈ। ਭਾਵੇਂ ਉਹ ਕੰਮ ਕਰਦਾ ਹੈ, ਭਾਵੇਂ ਉਹ ਘਰ ਦੇ ਫਰਜ਼ ਨਿਭਾ ਰਿਹਾ ਹੈ, ਗ੍ਰਸਤੀ ਦੇ ਫਰਜ਼ ਨਿਭਾ ਰਿਹਾ ਹੈ, ਪਰ ਯਾਦ ਨਹੀਂ ਟੁੱਟਦੀ। ਦੂਜੇ ਲਫ਼ਜ਼ਾਂ 'ਚ ਅਸੀਂ ਇਹ ਕਹਿ ਸਕਦੇ ਹਾਂ ਕਿ ਹੱਥ ਕਾਰ ਵੱਲ ਚਿੱਤ ਕਰਤਾਰ ਵੱਲ ਦੀ ਕਹਾਵਤ ਜਿਹੜੀ ਹੈ ਉਹ ਪੂਰੀ ਲਾਗੂ ਹੁੰਦੀ ਹੈ।
ਮੋਦੀ ਖਾਨੇ ਦੀ ਕਿਰਤ ਕਰਤੇ ਹੋਏ ਵੀ ਗੁਰੂ ਨਾਨਕ ਤੇਰਾ ਤੇਰਾ ਹੀ ਕਰਦੇ ਹਨ, ਉਹਨੂੰ ਯਾਦ ਕਰਦੇ ਹਨ। ਔਰ ਇਹੋ ਗੱਲ ਸਾਨੂੰ ਸਮਝਾਈ ਹੈ ਕਿ ਜਦੋਂ ਮਨੁੱਖ ਦਾ ਇਹ ਨਿਯਮ ਪੱਕ ਜਾਂਦਾ ਹੈ, ਪੂਰੀ ਤਰ੍ਹਾਂ ਮਨੁੱਖ ਇਸ ਨਿਯਮ ਵਿੱਚ ਪਰਪੱਕਤਾ ਚ ਆ ਜਾਂਦਾ ਹੈ, ਤਾਂ ਫਿਰ ਇਹ ਅੱਛੇ ਪੈਰ ਦੀ ਯਾਦ ਇਹਦੇ ਅੰਦਰ ਨੂੰ ਇੱਕ ਖੇੜਾ ਬਖਸ਼ਦੀ ਹੈ, ਖੁਸ਼ੀ ਬਖਸ਼ਦੀ ਹੈ, ਆਨੰਦ ਬਖਸ਼ਦੀ ਹੈ। ਉਹਦੇ ਕਰਕੇ ਮਨੁੱਖ ਵਿਕਾਰਾਂ ਦੇ ਹੱਲਿਆਂ ਤੋਂ, ਉਹਦੇ ਹਮਲਿਆਂ ਤੋਂ ਬਚਦਾ ਹੈ, ਅਧਿਆਤਮਕ ਅਡੋਲਤਾ ਦਾ ਆਨੰਦ ਮਾਣਦਾ ਰਹਿੰਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਬਸੰਤ ਰਾਗ ਵਿੱਚ ਕੀਤਾ ਹੈ, ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ, ਵਿਖੜੇ ਦਾਓ ਲੰਘਾਵੇ, ਮੇਰਾ ਸਤਿਗੁਰ ਸੁਖ ਸਹਿਜ ਸਿੱਧੀ ਘਰ ਜਾਤੇ। ਵਿਖੜੇ ਦਾਓ ਔਖੀ ਘਾਟੀ, ਔਖਾ ਪੈਂਡਾ ਜੀਵਨ ਦਾ, ਮੇਰਾ ਸਤਿਗੁਰੂ ਆਪ ਇਸ ਔਖੇ ਪੰਡੇ ਨੂੰ ਸਖੈਨ ਕਰ ਦਿੰਦਾ ਹੈ। ਪਰ ਉਹਦੀ ਸ਼ਰਤ, ਉਹਦੇ ਲਈ ਨਿਯਮ, ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ, ਭਾਵ ਅੱਠੇ ਪੈਰ ਇੱਕ ਤਾਂ ਲਵੇ ਦੀ ਜਿਹੜੀ ਗੱਲ ਹੈ ਉਹਨੂੰ ਜੀਵਨ ਵਿੱਚ ਢਾਲਣ ਦੀ ਲੋੜ ਪੈਂਦੀ ਹੈ। ਜੇ ਜੀਵ ਦੀ ਸਾਡੀ ਵਿੱਥ ਪਰਮਾਤਮਾ ਦੇ ਨਾਲ ਬਣੀ ਹੋਈ ਹੈ, ਉਹ ਵਿੱਥ ਕਿਸੇ ਪੁੰਨ ਦਾਨ ਕਰਨ ਨਾਲ ਨਹੀਂ ਮਿਟਦੀ, ਮਾਇਆ ਭੇਟਾ ਕਰਨ ਨਾਲ ਵੀ ਨਹੀਂ ਮਿਟਦੀ। ਜੇ ਅਸੀਂ ਮਾਇਆ ਭੇਟਿਆ ਕਰਕੇ ਵੀ ਉਹ ਵਿੱਥ ਨੂੰ ਮਿਟਾਉਣ ਦਾ ਯਤਨ ਕਰੀਏ ਤਾਂ ਉਹਦੇ ਸਫਲਤਾ ਨਹੀਂ ਮਿਲ ਸਕਦੀ। ਅੱਜ ਅਸੀਂ ਸਾਰਾ ਕੁਝ ਇਸੇ ਲੜੀ ਤੇ ਚੱਲੇ ਹੋਏ ਹਾਂ। ਸਾਡਾ ਯਤਨ ਸਾਰਾ ਮਾਇਆ ਨਾਲ ਰੱਬ ਨੂੰ ਖਰੀਦਣ ਦਾ ਹੈ, ਲੇਕਿਨ ਪੈਸੇ ਨਾਲ ਰੱਬ ਨਹੀਂ ਖਰੀਦਿਆ ਜਾਂਦਾ। ਇਹ ਗੱਲ ਭਗਤ ਕਬੀਰ ਜੀ ਵੀ ਸਮਝਾਉਂਦੇ ਨੇ, ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਨ ਦੇ ਕੇ ਰੱਬ ਮੁੱਲ ਖਰੀਦ ਲਿਆ ਜਾਂਦਾ ਹੈ, ਉੱਥੇ ਭੇਟਾ ਮਨ ਦੀ ਹੈ, ਉੱਥੇ ਪੈਸੇ ਦੀ ਦੌਲਤ ਦੇ ਨਾਲ ਰੱਬ ਨਹੀਂ ਖਰੀਦਿਆ ਜਾਂਦਾ। ਰੱਬ ਨੂੰ ਮਿਲਣਾ ਹੈ ਤਾਂ ਮਨ ਦੇਣਾ ਪੈਂਦਾ ਹੈ। ਅਸੀਂ ਰੱਬ ਨੂੰ ਦੇ ਵੀ ਕੀ ਸਕਦੇ ਹਾਂ? ਜਿਹੜੀ ਚੀਜ਼ ਅਸੀਂ ਵਰਤਦੇ, ਮਾਇਆ ਵਰਤਨ ਦੀ ਗੱਲ ਕਰਦੇ ਹਾਂ, ਅਸਲ 'ਚ ਮਾਇਆ ਤਾਂ ਉਹਦੀ ਆਪਣੀ ਦਿੱਤੀ ਹੋਈ ਹੈ, ਦਾਤਾਂ ਤਾਂ ਸਾਰੀਆਂ ਉਹਦੀਆਂ ਦਿੱਤੀਆਂ ਹੋਈਆਂ ਨੇ। ਪ੍ਰਭੂ ਨਾਲੋਂ ਵਿੱਥ ਫਰਕ ਮਿਟਾਉਣ ਦਾ ਇੱਕੋ ਇੱਕ ਤਰੀਕਾ, ਇੱਕੋ ਇੱਕ ਵਸੀਲਾ ਹੈ, ਉਹ ਹੈ ਪ੍ਰਭੂ ਦੇ ਨਾਮ ਸਿਮਰਨ ਵਿੱਚ, ਬੰਦਗੀ ਵਿੱਚ ਜੁੜਨਾ ਤੇ ਉਹਦੀ ਸਿਫਤ ਸਲਾਹ ਕਰਨੀ, ਜੀਵਨ ਨੂੰ ਉਹਦੇ ਮੁਤਾਬਕ ਬਣਾਉਣਾ। ਅਮਲੀ ਤੌਰ ਤੇ ਜੀਵਨ ਨੂੰ ਉਸ ਮੁਤਾਬਕ ਚਲਾਉਣਾ ਹੀ ਅਸਲ ਵਿੱਚ ਪ੍ਰਭੂ ਨਾਲ ਵਿੱਥ ਮਿਟਾਉਣ ਦਾ ਇੱਕ ਸਾਧਨ ਹੈ। ਜਿਹੜਾ ਮਨੁੱਖ ਪ੍ਰੈਕਟੀਕਲ ਤੌਰ ਤੇ, ਅਮਲੀ ਤੌਰ ਤੇ ਜੀਵਨ ਦੇ ਵਿੱਚ ਪ੍ਰਭੂ ਪਿਤਾ ਪਰਮੇਸ਼ਰ ਦੇ ਨਾਮ ਨੂੰ ਪੱਕਾ ਕਰ ਲੈਂਦਾ ਹੈ, ਜਾਂ ਇਹ ਅਜਿਹੀ ਕਾਰ ਕਰਦਾ ਰਹਿੰਦਾ ਹੈ, ਉਹਦੇ ਉੱਤੇ ਫਿਰ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਤੇ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਪ੍ਰੇਮ ਦਾ ਪਟੋਲਾ, ਬਖਸ਼ਿਸ਼ ਦਾ ਪਟੋਲਾ ਉਹਨੂੰ ਬਖਸ਼ਿਸ਼ ਕਰਦੇ ਹਨ। ਇਸ ਪਟੋਲੇ ਨਾਲ ਫਿਰ ਮਨੁੱਖ ਦੀ ਸੋਚ ਸ਼ਕਤੀ ਵਿਸ਼ਾਲ ਹੋ ਜਾਂਦੀ ਹੈ, ਉਹਦਾ ਸੋਚਣ ਦਾ ਦਾਇਰਾ ਵੱਡਾ ਹੋ ਜਾਂਦਾ ਹੈ। ਹਰ ਥਾਂ ਤੇ ਵਸਦੇ ਹੋਏ ਪ੍ਰਮਾਤਮਾ ਨੂੰ ਹੀ ਉਹ ਦੀਦਾਰ ਕਰਦਾ ਹੈ। ਜਪ ਦੀ ਬਾਣੀ ਦੇ ਵਿੱਚ ਇਸ ਗੱਲ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਵਰਣਨ ਕੀਤਾ, ਜਿਹੜਾ ਅਸੀਂ ਰੋਜ਼ ਪੜ੍ਹਦੇ ਹਾਂ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ। ਇਉਂ ਪਤਾ ਲੱਗਦਾ ਹੈ, ਇਹ ਢੰਗ ਹੈ। ਹੁਣ ਗੱਲ ਸਵਾਲ ਇਹ ਆ ਗਈ ਕਿ ਜੇ ਅੰਮ੍ਰਿਤ ਵੇਲੇ ਦੀ ਅਸੀਂ ਸੰਭਾਲ ਨਹੀਂ ਕਰਦੇ ਤਾਂ ਸਤਿਗੁਰੂ ਜੀ ਨੇ ਬਾਣੀ 'ਚ ਉਹਨਾਂ ਨੂੰ ਆਲਸੀ
ਦੀ ਗੱਲ ਜਿਹੜੀ ਉਹ ਕੀਤੀ ਹੈ। ਕਿਉਂਕਿ ਆਲਸੀ ਮਨੁੱਖ ਦਾ ਮਨ ਉੱਠਣ ਨੂੰ ਕਰਦਾ ਨਹੀਂ। ਇਹ ਤਾਂ ਕੁਰਬਾਨੀ ਹੈ, ਕਰਨੀ ਪਵੇਗੀ। ਜੇ ਕੁਝ ਲੈਣਾ ਹੈ ਤਾਂ ਕੁਝ ਦੇਣਾ ਪਵੇਗਾ। ਜੇ ਕੁਝ ਅੰਦਰ ਵਸਾਉਣਾ ਹੈ ਤਾਂ ਕੁਝ ਤਿਆਗਣਾ ਪਵੇਗਾ। ਆਪਣੇ ਨੀਂਦ ਨੂੰ ਤਿਆਗ ਕੇ, ਆਪਣੇ ਸੁੱਖ ਨੂੰ ਤਿਆਗ ਕੇ ਉਸ ਪਰਮੇਸ਼ਰ ਦੀ ਨਜ਼ਰੀ ਨਜ਼ਰ ਦੇ ਪਾਤਰ ਬਣਨ ਦੇ ਲਈ ਸਾਨੂੰ ਮਿਹਨਤ ਕਰਨ ਦੀ ਲੋੜ ਪੈਂਦੀ ਹੈ। ਜੇ ਮਨ ਜੁੜੇ ਹੀ ਨਾ, ਅਸੀਂ ਉੱਤੋਂ ਪੜ੍ਹ ਵੀ ਲਈਏ ਤਾਂ ਉਹਦਾ ਰਸ ਕਿੱਥੋਂ ਆਣਾ? ਰਸ ਤਾਂ ਆਏਗਾ ਜੇ ਮਨ ਜੁੜਦਾ ਹੈ। ਰਸ ਲੈਣਾ ਹੈ ਅਸੀਂ ਬਾਣੀ ਦਾ, ਜਿਹੜਾ ਪੜ੍ਹਨ ਦਾ ਮਕਸਦ ਬਾਣੀ ਦਾ ਰਸ ਲੈਣਾ, ਬਾਣੀ ਦਾ ਆਨੰਦ ਲੈਣਾ। ਜਦ ਤੱਕ ਅਸੀਂ ਰਸ ਨਹੀਂ ਮੰਨਦੇ ਉਦੋਂ ਤੱਕ ਜੀਵਨ ਦੇ ਵਿੱਚ ਤਬਦੀਲੀ ਨਹੀਂ ਆਉਂਦੀ, ਚੇਂਜ ਨਹੀਂ ਆਉਂਦੀ। ਫਿਰ ਸਾਡੇ ਸਵਾਲ ਹੁੰਦੇ ਨੇ ਜੀ, ਮਨ ਨਹੀਂ ਟਿਕਦਾ, ਮਨ ਭਟਕਦਾ ਬੜਾ ਹੈ, ਮਨ ਇੱਧਰ ਉੱਧਰ ਜਾਂਦਾ ਹੈ। ਇਹ ਸਵਾਲ ਆਮ ਸਾਡੇ ਹੁੰਦੇ ਨੇ। ਅਸਲ 'ਚ ਸਾਨੂੰ ਰਸ ਨਹੀਂ ਆਉਂਦਾ। ਜਿਸ ਚੀਜ਼ 'ਚ ਸਾਡਾ ਰਸ ਆਉਂਦਾ ਹੋਵੇ ਉੱਥੇ ਮਨ ਪੂਰੀ ਤਰ੍ਹਾਂ ਲੱਗ ਜਾਂਦਾ। ਸਿਨੇਮਾ ਦੇਖੇ ਹਾਲ 'ਚ ਜਾਓ, ਅਸੀਂ ਪਿਕਚਰ ਵੇਖਦੇ ਹਾਂ, 2.5-3 ਘੰਟੇ ਦੀ ਪੂਰੀ ਸਟੋਰੀ ਸਾਨੂੰ ਯਾਦ ਹੋ ਜਾਂਦੀ ਹੈ, ਕਿਉਂਕਿ ਮਨ ਪੂਰੀ ਤਰ੍ਹਾਂ ਉਹਦੇ 'ਚ ਲੱਗਾ ਹੋਇਆ ਹੁੰਦਾ। ਪਰ ਗੁਰਬਾਣੀ ਵਿੱਚ ਰਸ ਨਾ ਆਉਣ ਦਾ ਕਾਰਨ ਇੱਕੋ ਹੀ ਹੈ ਕਿ ਸਾਡਾ ਮਨ ਉਹਦੇ 'ਚ ਲੱਗਾ ਨਹੀਂ ਹੁੰਦਾ, ਜੁੜਿਆ ਨਹੀਂ ਹੁੰਦਾ। ਪੜ੍ਹਦੇ ਆ, ਰਸ ਨਹੀਂ ਆਉਂਦਾ। ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਸਰੀਰਕ ਤੇ ਮਾਨਸਿਕ ਦੋਨਾਂ ਚੀਜ਼ਾਂ ਦਾ ਇੱਕ ਇਲਾਜ ਦੱਸਿਆ। ਉਹ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੀ ਸਿਫਤ ਸਲਾਹ ਦੀ ਗੱਲ ਕੀਤੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਗੌੜੀ ਰਾਗ ਵਿੱਚ ਇੱਕ ਭਜਨ ਕਰਦੇ ਨੇ, ਚਾਲਾਂਗੇ ਉੱਠ ਨਾਮ ਜਪ, ਨਿਸ ਬਾਸਰ ਆਰਾਧ, ਕਾਰਾ ਤੁਝੇ ਨਾ ਵਿਆਪੇ, ਨਾਨਕ ਮਿਟੈ ਉਪਾਦ। ਕਾਰਾ ਤੁਝੇ ਨਾ ਵਿਆਪੇ, ਨਾਨਕ ਮਿਟੇ ਉਪਾਦ। ਅੰਦਰਲੇ ਦੁੱਖ ਦੂਰ ਹੋ ਜਾਣਗੇ। ਚਲਾਂਗੇ ਉੱਠ ਨਾਮ ਜਪ, ਨਾਮ ਜਪ ਦੀ ਗੱਲ ਕਰ ਗੁਰੂ ਸਾਹਿਬ ਜੀ ਨੇ ਕੀਤੀ ਹੈ। ਕਈ ਵਾਰੀ ਅਸੀਂ ਦੇਖਦੇ ਆ ਸਤਿਗੁਰੂ ਜੀ ਦੇ ਬਚਨਾਂ ਨੂੰ ਜਦ ਅਸੀਂ ਪੜ੍ਹਦੇ ਆ, ਉਹਦੇ 'ਚ ਸਤਿਗੁਰੂ ਜੀ ਨੇ ਉਸ ਅੰਮ੍ਰਿਤ ਵੇਲੇ ਦੇ ਨਜ਼ਾਰੇ ਨੂੰ ਵੀ ਵਰਣਨ ਕੀਤਾ ਹੈ ਗੁਰਬਾਣੀ ਵਿੱਚ। ਕੁਦਰਤੀ ਇੱਕ ਨਜ਼ਾਰਾ ਇਸ ਤਰ੍ਹਾਂ ਦਾ ਹੁੰਦਾ ਹੈ ਜਦੋਂ ਮਨ ਇਕਾਗਰਤਾ ਦੀ ਆਪਣੇ ਆਪ ਹੀ ਬਣਨੀ ਸ਼ੁਰੂ ਹੋ ਜਾਂਦੀ ਹੈ। ਕੁਦਰਤ ਦਾ ਹੈ, ਨੇਚਰ ਦਾ ਹੈ, ਇਹ ਲਾਅ ਹੈ। ਉਸ ਵੇਲੇ ਮਨ ਦੀ ਇਕਾਗਰਤਾ ਆਪਣੇ ਆਪ ਬਣਦੀ ਹੈ। ਥੋੜਾ ਸਮਾਂ ਜਦੋਂ ਹਲਕੇ ਹਲਕੇ ਪੰਛੀਆਂ ਦੀ ਚਹਿਕ, ਆਵਾਜਾਈ ਦਾ ਰੌਲਾ ਹੁੰਦਾ ਕੋਈ ਨਹੀਂ, ਜਦੋਂ ਬਾਹਰ ਟ੍ਰੈਫਿਕ ਨਹੀਂ ਚੱਲਦੀ, ਆਵਾਜਾਈ ਹੁੰਦੀ ਨਹੀਂ, ਮਨ ਨੂੰ ਫਿਰ ਸੋਹਣਾ ਲੱਗਦਾ ਹੈ। ਭਾਵੇਂ ਪੰਛੀ ਵੀ ਚਹਿਕਦੇ ਨੇ, ਉਹ ਵੀ ਸੋਹਣੇ ਲੱਗਦੇ ਨੇ। ਗੁਰੂ ਜੀ ਜਿਹੜੇ ਕਰਤੇ ਨੇ ਕੁਦਰਤ ਵੱਲੋਂ ਇਸ ਨਜ਼ਾਰੇ ਦੇ ਰਾਹੀਂ ਉਸ ਕਰਤੇ ਨੇ ਇਨਸਾਨ ਨੂੰ ਇੱਕ ਪ੍ਰੇਰਨਾ ਦਿੱਤੀ ਹੈ ਕਿ ਅਗਰ ਇਹ ਪਹੁ ਬਠਾਲੇ ਦਾ ਸਮਾਂ ਸੁੱਤੇ ਰਹਿਣ ਦਾ ਨਹੀਂ ਹੁੰਦਾ, ਇਹ ਸਮਾਂ ਪ੍ਰਭੂ ਦੀ ਯਾਦ ਵਿੱਚ ਜੁੜਨ ਦਾ ਹੁੰਦਾ ਹੈ। ਇੱਕ ਸੰਕੇਤ ਹੈ ਸਾਨੂੰ ਕਰਤੇ ਨੇ ਕੁਦਰਤ ਦੇ ਵਿੱਚੋਂ, ਇਹਨਾਂ ਚਿੜੀਆਂ, ਇਹਨਾਂ ਜਾਨਵਰਾਂ ਦੀ, ਪੰਛੀਆਂ ਦੀ ਉਸ ਆਵਾਜ਼ ਦੇ ਵਿੱਚੋਂ ਵੀ ਜੇ ਉਹਨਾਂ ਦੀ ਚਹਿਕ ਹੈ ਤਾਂ ਤੇਰੀ ਚਹਿਕ ਵੀ ਹੋਣੀ ਚਾਹੀਦੀ ਹੈ। ਉਹ ਇੱਕ ਪ੍ਰੇਰਨਾ ਹੈ ਸਾਡੇ ਲਈ ਉਸ ਕਾਦਰ ਦੀ ਰਚੀ ਹੋਈ ਕੁਦਰਤ ਵਿੱਚੋਂ ਵੀ ਸਮਾਂ ਪ੍ਰਭੂ ਦੀ ਯਾਦ ਵਿੱਚ ਜੁੜਨ ਦਾ ਹੈ, ਚਹਿਕਣ ਦਾ ਹੈ, ਬੋਲਣ ਦਾ ਹੈ। ਇਸ ਰੱਬੀ ਪਿਆਰ ਦੀਆਂ ਤਰੰਗਾਂ ਜਿਹੜੀਆਂ ਹਨ ਉਹ ਮਨ ਵਿੱਚ ਉੱਠ ਸਕਦੀਆਂ ਹਨ। ਇਸ ਸਮੇਂ ਦੇ ਅੰਦਰ ਰੱਬੀ ਪਿਆਰ ਦੀਆਂ ਤਰੰਗਾਂ ਜਿਹੜੀਆਂ ਨੇ ਮਨ 'ਚ ਉੱਠ ਸਕਦੀਆਂ ਹਨ। ਤਾਂ ਸਤਿਗੁਰੂ ਜੀ ਦਾ ਬਚਨ ਗੌੜੀ ਕੀ ਵਾਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਆਉਂਦਾ ਹੈ,
ਸਤਿਗੁਰੂ ਜੀ ਦੇ ਪਾਵਨ ਅੰਕ 319 ਦੇ ਉੱਤੇ ਚਿੜੀ ਚੌਕੀ ਪੋ ਫੁੱਟੀ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਇੱਕ ਹੋਰ ਬੜੀ ਸੋਹਣੀ ਉਦਾਹਰਨ ਦਿੱਤੀ ਹੈ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ। ਕਹਿੰਦੇ ਜਿਵੇਂ ਰੇਲ ਨਾਲ ਭਿੱਜੀਆਂ ਹੋਈਆਂ ਰਾਤਾਂ ਵਿੱਚ ਆਕਾਸ਼ ਦੇ ਵਿੱਚ ਤਾਰੇ ਡਲਕਾ ਚਮਕਦੇ ਹਨ, ਇਸ ਤਰ੍ਹਾਂ ਪ੍ਰਮਾਤਮਾ ਦੇ ਜਿਹੜੇ ਪ੍ਰੇਮ ਵਿੱਚ ਭਿੱਜੇ ਹੁੰਦੇ ਹਨ, ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੇ ਯਾਦ ਵਿੱਚ ਜੁੜਦੇ ਹਨ। ਇਹ ਵੀ ਇੱਕ ਉਦਾਹਰਨ ਗੁਰੂ ਪਾਤਸ਼ਾਹ ਨੇ ਸਾਡੇ ਅੱਗੇ ਰੱਖੀ ਹੈ। ਜਦੋਂ ਅਸੀਂ ਆਮ ਹੀ ਸ਼ਬਦ ਨੂੰ ਪੜ੍ਹਦੇ ਹਾਂ, ਫਿਰ ਇਸ ਯਾਦ ਵਿੱਚ ਜੁੜਨ ਦਾ ਸਦਕਾ ਹੀ ਉਹਨਾਂ ਦੇ ਅੰਦਰ ਆਤਮਿਕ ਗੁਣਾਂ ਦੀ ਇੱਕ ਚਮਕ ਜੀ ਬਣਦੀ ਹੈ, ਲਿਸ਼ਟ ਜੀ ਬਣ ਜਾਂਦੀ ਹੈ। ਤੇ ਉਸ ਆਤਮਿਕ ਗੁਣਾਂ ਦੀ ਚਮਕ ਕਰਕੇ ਵਿਕਾਰ ਜਿਹੜੇ ਹਨ ਉਹਨਾਂ ਦੇ ਹੱਲੇ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੇ। ਐਸੇ ਗੁਰੂ ਦੇ ਪਿਆਰ ਵਾਲੇ, ਗੁਰੂ ਪਿਆਰ ਵਿੱਚ ਰੰਗੇ ਹੋਏ, ਉਹਨਾਂ ਵੱਲੋਂ ਸਦਾ ਸੁਚੇਤ ਰਹਿੰਦੇ ਹਨ, ਹਰ ਵੇਲੇ ਸੁਚੇਤ ਰਹਿੰਦੇ ਹਨ। ਆਸਾ ਰਾਗ ਦੇ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ, ਜਿਹਨੂੰ ਅਸੀਂ ਬਹੁਤ ਵਾਰੀ ਸੁਣਿਆ ਪੜ੍ਹਿਆ, ਢਿੰਨੀ ਰਹਿਣੜੀਏ ਚਾਮਕਨ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਰਾਮ ਪਿਆਰੇ ਸਦਾ ਜਾਗੇ ਨਾਮ ਸਿਮਰੇ ਅੰਦਿਨੋ ਚਰਨ ਕਮਲ ਧਿਆਨ ਹਿਰਦੈ ਪ੍ਰਭ ਵਿਸਰ ਨਾਹੀ ਇੱਕ ਖਿਨੋ। ਇਹ ਵਾਹਿਗੁਰੂ ਉਹਦੇ ਨਾਲ ਇੱਕ ਖਿਨ ਵੀ ਵਿਛੜਨ ਨੂੰ ਜੀ ਨਾ ਕਰੇ। ਬਸ ਫਿਰ ਗੁਰੂ ਸਾਹਿਬ ਜੀ ਨੇ ਗੁਰਬਾਣੀ ਰਾਹੀਂ ਹੋਰ ਉਦਾਹਰਨਾਂ ਵੀ ਦਿੱਤੀਆਂ। ਜਿਵੇਂ ਅਸੀਂ ਕੋਈ ਫਸਲ ਬੀਜਣੀ ਹੈ, ਖੇਤੀ ਦੀ ਉਦਾਹਰਨ ਦਿੱਤੀ। ਹਰ ਫਸਲ ਬੀਜਣ ਦਾ ਸਮਾਂ ਵੱਖਰਾ ਹੁੰਦਾ ਹੈ, ਤੇ ਜੇਕਰ ਫਸਲ ਠੀਕ ਸਮੇਂ ਤੇ ਨਾ ਬੀਜੀ ਜਾਵੇ ਤਾਂ ਉਹਦਾ ਲਾਭ ਪੂਰੀ ਤਰ੍ਹਾਂ ਅਸੀਂ ਉਠਾ ਨਹੀਂ ਸਕਦੇ। ਬੀਜੀ ਹੋਈ ਫੀਸ ਪਹਿਲਾਂ ਜ਼ਮੀਨ ਚਾਹੀਦੀ ਹੈ, ਫਿਰ ਉਹਨੂੰ ਵਾਹਣਾ ਪੈਂਦਾ ਹੈ, ਫਿਰ ਉਹਦੇ ਵਿੱਚ ਪੂਰੀ ਬੱਤਰ ਹੋਣੀ ਚਾਹੀਦੀ ਹੈ, ਉਹਦਾ ਸਰੁੱਤ ਹੋਣੀ ਚਾਹੀਦੀ ਹੈ, ਬੱਤਰ ਹੋਣੀ ਚਾਹੀਦੀ ਹੈ, ਫਿਰ ਬੀਜ ਵਧੀਆ ਹੋਣਾ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਜਦੋਂ ਇਹਨੇ ਬੀਜ ਵਧੀਆ ਕੋਲ ਪਿਆਰ ਬੀਜਣਾ ਪੈਂਦਾ ਹੈ, ਧਰਤੀ ਵਿੱਚ ਬੀਜਣਾ ਪੈਂਦਾ ਹੈ। ਜਦੋਂ ਬੀਜ ਬੀਜਿਆ ਜਾਵੇ ਤਾਂ ਫਿਰ ਉਹ ਧਰਤੀ ਦਾ ਸੀਨਾ ਪਾੜ ਕੇ ਇਹ ਦੱਸ ਦਿੰਦਾ ਹੈ ਕਿ ਕੀ ਬੀਜਿਆ ਗਿਆ ਹੈ। ਜਦ ਤੱਕ ਬੀਜ ਬੀਜਿਆ ਨਹੀਂ ਗਿਆ ਉਦੋਂ ਤੱਕ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ, ਪਰ ਜਦੋਂ ਬੀਜ ਬੀਜਿਆ ਗਿਆ ਉਹਨੇ ਉਗਣਾ ਹੀ ਹੈ। ਉਹਨੇ ਧਰਤੀ ਦੇ ਸੀਨੇ ਨੂੰ ਪਾੜ ਕੇ ਦੱਸ ਦੇਣਾ ਕੀ ਬੀਜਿਆ ਸੀ ਧਰਤੀ ਦੇ ਵਿੱਚ। ਖਿਆਲਾਂ ਦਾ ਬੀਜ ਵੀ ਕੁਛ ਇਸੇ ਤਰ੍ਹਾਂ ਦਾ ਹੈ। ਮਨੁੱਖ ਆਪਣੇ ਖਿਆਲਾਂ ਦੇ ਬੀਜ ਨੂੰ ਜਿਹੋ ਜਿਹੇ ਬੀਜਦਾ ਹੈ, ਉਹੋ ਜਿਹੀ ਉਹਦਾ ਰਿਜ਼ਲਟ ਨਿਕਲਦਾ ਹੈ। ਤਾਂ ਫਸਲ ਦਾ ਇੱਕ ਬੀਜਣ ਦਾ ਸਮਾਂ ਹੈ, ਜੇ ਉਹਨੂੰ ਸਮੇਂ ਸਿਰ ਨਾ ਬੀਜਿਆ ਜਾਵੇ ਤਾਂ ਪੂਰਾ ਲਾਭ ਜਿਹੜਾ ਉਹਦੇ ਤੋਂ ਅਸੀਂ ਲਾਹਾ ਨਹੀਂ ਲੈ ਸਕਦੇ। ਇਸੇ ਤਰ੍ਹਾਂ ਹੀ ਨਾਮ ਦੇ ਵਾਹਿਗੁਰੂ ਦੀ ਯਾਦ ਬੀਜਣ ਦਾ ਵੀ ਇੱਕ ਅਨੁਕੂਲ ਸਮਾਂ ਗੁਰੂ ਜੀ ਨੇ ਗੁਰਬਾਣੀ 'ਚ ਉਹਦਾ ਨਾਮ ਅੰਮ੍ਰਿਤ ਵੇਲਾ ਰੱਖਿਆ ਹੈ। ਅੰਮ੍ਰਿਤ ਵੇਲੇ ਦਾ ਬੀਜਿਆ ਹੋਇਆ ਬੀਜ ਇੰਨਾ ਕੁ ਪ੍ਰਫੁੱਲਤ ਹੁੰਦਾ ਹੈ, ਫਿਰ ਮਨੁੱਖ ਨੂੰ ਆਤਮਿਕ ਜੀਵਨ ਵਿੱਚ ਕਦੀ ਕਮੀ ਨਹੀਂ ਆਉਂਦੀ, ਉਹਦੀ ਤੋਟ ਨਹੀਂ ਆਉਂਦੀ। ਗੁਰੂ ਰਾਮਦਾਸ ਮਹਾਰਾਜ ਦਾ ਇੱਕ ਬਚਨ ਸੂਹੀ ਰਾਗ ਵਿੱਚ ਆਉਂਦਾ ਹੈ, ਹਰ ਤਨ ਰਤਨ ਜਵੇਹਰ ਮਾਨਕ ਹਰ ਧਨੇ ਨਾਲ ਅੰਮ੍ਰਿਤ ਵੇਲੇ ਬੱਤੇ ਹਰ ਭਗਤੀ ਹਰ ਲਿਵ ਲਾਈ। ਹਰ ਤਨ ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾ। ਹਲਤ ਪਲਤ ਹਰ ਧਨੇ ਕੀ ਭਗਤਾਂ ਕੋ ਮਿਲੀ ਵਡਿਆਈ। ਬਹੁਤ ਵਾਰੀ ਸ਼ਬਦ ਵੀ ਇਹ ਵੀ ਪੜਿਆ ਹੈ, ਹਰ ਤਨ ਰਤਨ ਜਵੇਹਰ ਮਾਨਕ
हर धने नाल अमृत वेले बते, हर भगति हर लिव लाई, हर तन अमृत वेले बते का बीजा, भगत खाए खर्च रहे निखुटे ना। एक मुकदा नहीं, इच टोटा नहीं आती, इच कमी नहीं आती। जी ਅਸੀਂ ਸ਼ੇਖ ਫਰੀਦ ਜੀ ਦੇ ਸਲੋਕਾਂ ਵੱਲ ਵੀ ਝਾਤ ਮਾਰਦੇ ਹਾਂ। ਉਹਨਾਂ ਨੇ ਆਪਣੇ ਸਲੋਕਾਂ ਵਿੱਚ ਤਾਂ ਬੜੀ ਤਾੜਨਾ ਕੀਤੀ ਹੈ ਕਿ ਜੇ ਮਨੁੱਖ ਅੰਮ੍ਰਿਤ ਵੇਲੇ ਨਹੀਂ ਜਾਗਦੇ, ਉਹ ਮਨੁੱਖ ਨੂੰ ਜਿਉਂਦਿਆਂ ਵਿੱਚ ਗਿਣਿਆ ਨਹੀਂ ਜਾ ਸਕਦਾ। ਹਾਂ, ਲੋਕਾਂ ਦੀਆਂ ਨਜ਼ਰਾਂ ਵਿੱਚ ਉਹ ਜਿਉ ਰਹੇ ਹਨ, ਪਰ ਗੁਰੂ ਦੀ ਨਜ਼ਰਾਂ ਵਿੱਚ ਕੇਵਲ ਜਿਉਂਦਾ ਉਹੀ ਹੈ ਜੋ ਆਖਾਂ ਜੀਵਾਂ ਵਿਸਰੇ ਮਰ ਜਾऊं ਦੀ ਅਵਸਥਾ ਵਾਲੀ ਗੱਲ ਕਰਦਾ ਹੈ, ਉਹ ਜਿਉਂਦਾ ਹੈ। ਐਸਾ ਮਨੁੱਖ ਕਹਿੰਦੇ ਮਰਿਆ ਹੋਇਆ ਹੀ ਸਮਝਣਾ ਚਾਹੀਦਾ ਹੈ, ਕਿਉਂਕਿ ਐਸਾ ਮਨੁੱਖ ਵੇਖਣ ਨੂੰ ਤਾਂ ਜਿਉਂਦਾ ਹੈ, ਪਰ ਅਸਲ ਵਿੱਚ ਉਸਨੇ ਆਪਣੀ ਆਤਮਿਕ ਮੌਤ ਜਿਹੜੀ ਹੈ ਉਹ ਸਹੇੜੀ ਹੋਈ ਹੈ। ਪਰ ਯਾਦ ਰੱਖੀ ਬੰਦਿਆ, ਤੂੰ ਭਾਵੇਂ ਰੱਬ ਨੂੰ ਭੁਲਾ ਦਿੱਤਾ ਹੈ, ਪਰ ਰੱਬ ਤੇਰੇ ਕੀ ਕਰਮਾਂ ਨੂੰ ਜ਼ਰੂਰ ਦੇਖਦਾ ਹੈ, ਇਹ ਨਾ ਭੁੱਲੇ। ਤੇਰੀ ਗਲਤੀ, ਤੇਰੇ ਕੀਤੇ ਹੋਏ ਕਰਮ ਵਿੱਚ ਕਮੀ ਹੋ ਸਕਦੀ ਹੈ, ਲੇਕਿਨ ਪ੍ਰਮਾਤਮਾ ਦੇ ਨਿਆਂ ਵਿੱਚ ਕੋਈ ਫਰਕ ਨਹੀਂ ਹੋ ਸਕਦਾ। ਤਾਂ ਸ਼ੇਖ ਫਰੀਦ ਜੀ ਨੇ ਜਿਹੜਾ ਸ਼ਲੋਕ ਲਿਖਿਆ, ਬਹੁਤ ਵਾਰੀ ਅਸੀਂ ਪੜ੍ਹਿਆ, ਫਰੀਦਾ ਪਿਛਲ ਰਾਤ ਨਾ ਜਾਗਿਓ ਏ, ਜਵੰਦੜੋ ਮੋਇਓ ਏ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਏ। ਤੇ ਜੇ ਤੂੰ ਨਹੀਂ ਜਾਗਿਆ, ਪਿਛਲ ਰਾਤ ਨੂੰ ਨਹੀਂ ਜਾਗਦਾ, ਫਿਰ ਤੂੰ ਕੀ ਜਿਉਂਦਾ ਹੈ? ਨਹੀਂ, ਜੀਵੰਦੜੋ ਮੋਇਓ ਹੈ, ਜਿਉਂਦਾ ਹੀ ਮਰਿਆ ਹੋਇਆ ਹੈ। ਤੇ ਜਿਉਂਦਾ ਕੌਣ ਹੈ? ਗੁਰੂ ਪਾਤਸ਼ਾਹ ਜੀ ਨੇ ਇਹਦੀ ਪਰਿਭਾਸ਼ਾ ਵੀ ਦਿੱਤੀ ਹੈ, ਇਹ ਵੀ ਗੱਲ ਦੱਸੀ ਹੈ ਤੇ ਜਿਉਂਦਾ ਕੌਣ ਹੈ? ਜਿਉਂਦਾ ਉਹੀ ਹੈ ਜਿਹਦੇ ਕੋਲ ਨਾਮ ਧਨ ਹੈ, ਵਾਹਿਗੁਰੂ ਦੀ ਯਾਦ ਹੈ, ਪਰਮੇਸ਼ਰ ਦਾ ਯਾਦ ਹੈ, ਉਹ ਹੀ ਜਿਉਂਦਾ ਹੈ। ਇਹ ਗੱਲ ਅਸੀਂ ਕਹਿ ਸਕਦੇ ਹਾਂ ਵੀ ਬੰਦਾ ਅਸਲ ਵਿੱਚ ਜਿਉਂਦਾ ਉਹ ਹੈ ਜਿਹੜਾ ਆਪਣੇ ਪਿਆਰੇ ਨਾਲ ਜੁੜ ਕੇ ਆਪਣੇ ਆਪ ਨੂੰ ਲੀਨ ਕਰ ਲਵੇ, ਉਹੀ ਆਤਮਿਕ ਮੌਤ ਤੋਂ ਬਚ ਸਕਦਾ ਹੈ। ਇਸ ਉਦਮ ਦੇ ਲਈ ਸਭ ਤੋਂ ਵਧੀਆ ਸਮਾਂ ਹੈ ਅੰਮ੍ਰਿਤ ਵੇਲਾ। ਇਹ ਚੌਥੇ ਪਹਿਰ, ਸਵੇਰ ਦੇ ਚੌਥੇ ਪਹਿਰ ਦਾ ਸਮਾਂ ਬੜਾ ਮਹਾਨਤਾ ਵਾਲਾ ਹੈ ਉਹਨਾਂ ਲਈ ਜਿਨ੍ਹਾਂ ਨੇ ਪਿਆਰੇ ਦੀ ਬੰਦਗੀ ਕਰਨੀ ਹੈ, ਕਿਉਂਕਿ ਉਹਨਾਂ ਦੇ ਮਨ ਵਿੱਚ ਇੱਕ ਚਾਅ ਜਿਹਾ ਪੈਦਾ ਹੁੰਦਾ ਹੈ, ਪ੍ਰਭੂ ਦੀ ਸਿਫਤ ਸਲਾਹ ਦਾ ਇੱਕ ਪ੍ਰਵਾਹ ਜਿਹਾ ਚੱਲਣ ਦਾ ਚਾਅ ਅੰਦਰ ਪੈਦਾ ਹੁੰਦਾ ਹੈ। ਇਹੋ ਜਿਹੇ ਪਿਆਰੇ ਜਿਹੜੇ ਹਨ, ਉਹਨਾਂ ਦੀ ਜ਼ਬਾਨ ਤੇ ਵੀ ਵਾਹਿਗੁਰੂ ਹੈ, ਉਹਨਾਂ ਦਾ ਨਾਂ, ਉਹਨਾਂ ਦੇ ਜੀਵਨ ਵਿੱਚ ਵੀ ਵਾਹਿਗੁਰੂ ਹੈ, ਉਹਨਾਂ ਦੇ ਹਰ ਕਰਮ ਵਿੱਚ ਵੀ ਵਾਹਿਗੁਰੂ ਹੈ, ਭਾਵ ਦੀ ਯਾਦ ਹੈ, ਤੇ ਉਹਨਾਂ ਦੇ ਸੰਸਾਰ ਤੋਂ ਜਾਣ ਲੱਗਿਆਂ ਵੀ ਵਾਹਿਗੁਰੂ ਹੈ, ਭਾਵ ਵਾਹਿਗੁਰੂ ਦਾ ਨਾਮ ਉਹਨਾਂ ਦਾ ਸਾਥੀ ਹੈ। ਇੱਕ ਐਸੀ ਚੀਜ਼ ਹੈ, ਜਦੋਂ ਅਸੀਂ ਸੋਨੇ ਨੂੰ ਕਠਾਲੀ 'ਚ ਪਾ ਕੇ ਸ਼ੁੱਧ ਕਰੀਦਾ ਹੈ, ਇਸੇ ਤਰ੍ਹਾਂ ਹੀ ਅੰਮ੍ਰਿਤ ਵੇਲੇ ਦੀ ਕੀਤੀ ਹੋਈ ਹੈ ਕਰੜੀ ਮਿਹਨਤ, ਕਰੜੀ ਘਾਲ ਕਮਾਈ, ਘਾਲਣਾ ਹੈ, ਜਿਹੜੀ ਸਾਡੇ ਸਰੀਰ ਨੂੰ ਸ਼ੁੱਧ ਕਰਦੀ ਹੈ, ਜਿਹਦੇ ਵਿਕਾਰਾਂ ਦੀ ਖੋਟ ਨੂੰ ਦੂਰ ਕਰਦੀ ਹੈ, ਜਿਹੜੀ ਵਿਕਾਰਾਂ ਦੀ ਖੋਟ ਨੂੰ ਦੂਰ ਕਰਦੀ ਹੈ, ਇਹ ਸਾਡੀ ਘਾਲਣਾ ਹੈ ਸਾਡੀ। ਜਦੋਂ ਵਿਕਾਰਾਂ ਦੀ ਖੋਟ ਦੂਰ ਹੁੰਦੀ, ਫਿਰ ਸੋਹਣਾ ਰੰਗ ਚੜ੍ਹਦਾ ਹੈ, ਕਿਉਂਕਿ ਇੱਕ ਭਾਂਡੇ ਵਿੱਚ ਦੋ ਵਸਤੂ ਇਕੱਠੀਆਂ ਨਹੀਂ ਪੈਂਦੀਆਂ,
ਇੱਕ ਪਾਉਣ ਲਈ ਦੂਜੀ ਭਾਂਡਾ ਖਾਲੀ ਕਰਨਾ ਪੈਂਦਾ। ਪਾਣੀ ਨਾਲ ਭਰੇ ਹੋਏ ਭਾਂਡੇ ਵਿੱਚ ਬਾਲਟੀ ਵਿੱਚ ਦੁੱਧ ਨਹੀਂ ਪਾਇਆ ਜਾ ਸਕਦਾ। ਦੁੱਧ ਪਾਉਣਾ ਹੈ ਤੇ ਪਾਣੀ ਵਾਲਾ ਭਾਂਡਾ ਖਾਲੀ ਕਰਨਾ ਪਏਗਾ। ਵਿਕਾਰਾਂ ਨਾਲ ਭਰੀ ਹੋਈ ਇਸ ਖੋੜ ਨਾਲ ਭਰੇ ਹੋਏ ਸਰੀਰ ਵਿੱਚ ਵਾਹਿਗੁਰੂ ਦੀ ਯਾਦ ਨਹੀਂ ਵਸਦੀ। ਉਹਨੂੰ ਸ਼ੁੱਧ ਕਰਨ ਦੀ ਲੋੜ ਹੈ ਤੇ ਸ਼ੁੱਧ ਕਰਨ ਲਈ ਉਹ ਸਮਾਂ ਹੈ ਅੰਮ੍ਰਿਤ ਵੇਲਾ। ਉਹਦੀ ਯਾਦ, ਉਸ ਵਾਹਿਗੁਰੂ ਦਾ, ਪਰਮੇਸ਼ਰ ਦਾ ਬੰਦਗੀ, ਉਹਦੇ ਤੇ ਫਿਰ ਜਦੋਂ ਰੰਗ ਚੜ੍ਹਦਾ ਹੈ, ਇੱਕ ਐਸਾ ਰੰਗ ਚੜ੍ਹਦਾ ਹੈ ਉਹਦੇ ਉੱਤੇ, ਜਿਹੜੇ ਹੋਏ ਗੁਰਮੁਖ ਜਨ ਇਹ ਕਹਿ ਲਈਏ ਕਿ ਗੁਰੂ ਦਰਬਾਰ ਤੇ ਸ਼ੋਭਾ ਪਾਉਂਦੇ ਹਨ। ਇਹਦਾ ਨਿਰਣਾ ਗੁਰੂ ਅੰਗਦ ਦੇਵ ਮਹਾਰਾਜ ਨੇ ਮਾਝ ਕੀ ਵਾਰ ਦੇ ਇੱਕ ਸ਼ਲੋਕ ਵਿੱਚ ਕੀਤਾ ਹੈ। ਚੌਥੇ ਪੈਰ ਸਵਾਕ ਹੈ, ਸੁਰਤਿਆਂ ਉਪਜੇ ਚਾਓ, ਤਿਨਾ ਦਰਿਆਵਿਆਂ ਸੋ ਦੋਸਤੀ, ਮਨ ਮੁਖ ਸੱਚਾ ਨਾਉ। ਉੱਥੇ ਅੰਮ੍ਰਿਤ ਵੰਡੀਐ, ਕਰਮੀ ਹੋਏ ਪਸਾਓ, ਕੰਚਨ ਕਾਇਆ ਕਸੀਐ, ਬੰਨੀ ਚੜੇ ਚੜਾਓ। ਇੱਕ ਐਸਾ ਸਮਾਂ ਹੈ, ਚਾਉ ਪੈਦਾ ਹੁੰਦਾ, ਸੁਰਤਿਆ, ਉਹਨਾਂ ਦੀ ਦੋਸਤੀ ਉਹਨਾਂ ਨਾਲ ਹੈ ਜੋ ਸਤਸੰਗੀ, ਉਹਨਾਂ ਨਾਲ ਹੈ ਜਿਹੜੇ ਇਸ ਕਰਮ ਤੇ ਤੁਰਦੇ ਹਨ, ਇਸ ਮਾਰਗ ਤੇ ਤੁਰੇ ਹੋਏ ਹਨ। ਉਹਨਾਂ ਦੇ ਮਨ ਵਿੱਚ, ਉਹਨਾਂ ਦੇ ਮੂੰਹ ਵਿੱਚ ਵਾਹਿਗੁਰੂ ਦੀ ਯਾਦ, ਸੱਚਾ ਨਾਮ ਹੁੰਦਾ ਹੈ। ਮਨ ਮੁਖ ਵੱਖਰੇ ਵੱਖਰੇ ਲਫ਼ਜ਼ ਹਨ। ਮਨਮੁਖ ਸੱਚਾ ਨਾਮ ਨਹੀਂ ਹੈ, ਮਨ ਮੁਖ ਸੱਚਾ ਨਾਮ। ਫਿਰ ਉੱਥੇ ਕੀ ਹੈ? ਉੱਥੇ ਅੰਮ੍ਰਿਤ ਵੰਡੀ ਹੈ, ਆਤਮਿਕ ਜੀਵਨ ਨੂੰ ਦੇਣ ਵਾਲਾ ਨਾਮ ਜਲ ਹੈ, ਖਜ਼ਾਨਾ ਹੈ, ਉਹਦੀ ਬਖਸ਼ਿਸ਼ ਦੇ ਨਾਲ ਮਿਲਦਾ ਹੈ। ਇਹ ਸੋਨੇ ਵਰਗੀ ਸ਼ੁੱਧ ਹੋ ਜਾਂਦੀ ਉਹ ਕਾਇਆ, ਉਹਦੇ ਤੇ ਰੰਗ ਚੜ ਜਾਂਦਾ ਹੈ, ਜਿਹੜਾ ਇਸ ਨਾਮ ਦੇ ਖਜ਼ਾਨੇ ਵਿੱਚੋਂ, ਉਸ ਅੰਮ੍ਰਿਤ ਵੇਲੇ ਇੱਕ ਘੁੱਟ ਇਸ ਖਜ਼ਾਨੇ ਵਿੱਚੋਂ ਆਪਣੇ ਹਿੱਸੇ ਵਿੱਚ ਕੁਝ ਲੈ ਲੈਂਦਾ ਹੈ। ਉਸ ਨਾਮ ਦੇ ਅੰਮ੍ਰਿਤ ਵਿੱਚੋਂ 2 ਘੁੱਟ ਆਪ ਵੀ ਪੀ ਲੈਂਦਾ ਹੈ। ਜਦੋਂ ਜੀਵ ਰੂਪੀ ਬਬੀਹਾ ਤੜਫਦਾ ਹੈ, ਅੰਦਰਲੀ ਤੜਫ ਜਦੋਂ ਹੈ, ਉਹ ਪਰਮਾਤਮਾ ਦੇ ਦਰ ਤੇ ਫਿਰ ਸੁਣੀ ਜਾਂਦੀ ਹੈ। ਫਿਰ ਪ੍ਰਭੂ ਕੀ ਕਰਦਾ ਹੈ? ਉਸ ਗੁਰੂ ਰੂਪੀ ਬਦਲਾ ਨੂੰ ਹੁਕਮ ਕਰਦਾ ਹੈ ਕਿ ਜਾਓ, ਇਸ ਬੇਨਤੀਆਂ ਕਰਨ ਵਾਲੇ ਦੀ, ਇਸ ਬਬੀਹੇ ਦੀ, ਤੜਫ ਰਹੇ ਬਬੀਹੇ ਦੀ ਮਿਹਰ ਕਰੋ, ਇਹਨੂੰ ਨਾਮ ਅੰਮ੍ਰਿਤ ਦੀ ਵਰਖਾ ਕਰੋ, ਇਹਦੇ ਹਿਰਦੇ ਨੂੰ ਠੰਡਾ ਠਾਰ ਕਰ ਦਿਓ। ਤੇ ਜਦੋਂ ਉਸ ਬਬੀਹੇ ਨੂੰ, ਤੜਫਦੇ ਹੋਏ ਨੂੰ ਇੱਕ ਅੰਮ੍ਰਿਤ ਦੀ ਬੂੰਦ ਮਿਲਦੀ ਹੈ, ਅੰਦਰ ਠੰਡਾ ਠਾਰ ਹੋ ਜਾਂਦਾ ਹੈ, ਅੰਦਰ ਬਿਲਕੁਲ ਸ਼ੀਤਲ ਹੋ ਜਾਂਦਾ ਹੈ। ਬਬੀਹਾ ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਫਿਰ ਕੀ ਹੋਇਆ? ਤਾਂ ਦਰ ਸੁਣੀ ਪੁਕਾਰ, ਮੇਰੇ ਮਾਲਕ ਨੇ ਪੁਕਾਰ ਸੁਣ ਲਈ, ਤੜਫ ਸੁਣ ਲਈ। ਮੈਂ ਅੱਗੇ ਨੂੰ ਫਰਮਾਨ ਹੋਇਆ, ਗੁਰੂ ਰੂਪੀ ਬਦਲ ਨੂੰ ਹੁਕਮ ਲੱਗ ਗਿਆ, ਜਾਓ ਕੀ ਕਰੋ? ਵਰਸੋ ਕਿਰਪਾ ਧਾਰ, ਇਹਦੇ ਹਿਰਦੇ ਦੀ ਸੇਜਾਂ ਨੂੰ ਸ਼ਰਾਸ਼ਾਰ ਕਰ ਦਿਓ, ਤੇ ਨਾਮ ਦਾ ਮੀਂਹ ਵਹਾ ਦਿਓ। ਉਹ ਤਿਨ ਕੇ ਬਲਹਾਰ ਨੇ, ਜਿਨੀ ਸੱਚ ਰੱਖਿਆ ਉਰ ਧਾਰ, ਨਾਨਕ ਨਾਮੇ ਸਭ ਹਰਿਆਵਲੀ, ਗੁਰ ਕੈ ਸ਼ਬਦ ਵਿਚਾਰ। ਗੁਰੂ ਅਮਰਦਾਸ ਕਹਿੰਦੇ, ਮੈਂ ਸਦਕੇ ਹਾਂ ਉਹਨਾਂ ਗੁਰੂ ਪਿਆਰਿਆਂ ਤੋਂ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਘਾਲਣਾ ਘਾਲਦੇ ਹਨ। ਮਨੁੱਖ ਦਾ ਜਨਮ ਮਰਨ ਦਾ ਗੇੜ, ਜਾਂ ਇਹ ਕਹਿ ਲਈਏ ਕਿ ਆਤਮਾ ਪਰਮ ਆਤਮਾ ਵਿੱਚ ਲੀਨ ਕਰਨ ਦਾ ਇੱਕ ਢੰਗ ਹੈ, ਉਹ ਹੈ ਹਰ ਵੇਲੇ ਉਹਦੀ ਯਾਦ ਵਿੱਚ ਜੁੜੇ ਰਹਿਣਾ। ਹਰ ਸਮੇਂ ਜੁੜਨਾ ਤਾਂ ਹੀ ਪੋਸੀਬਲ ਹੈ, ਤਾਂ ਹੀ ਸੰਭਵ ਹੈ
ਜੇ ਮਨੁੱਖ ਨੂੰ ਇਹ ਸੁਭਾਅ ਬਣ ਜਾਏ, ਜੇ ਅੰਮ੍ਰਿਤ ਵੇਲੇ ਜੁੜਨ ਦੀ ਦਾਤ ਪ੍ਰਾਪਤ ਹੋ ਜਾਏ, ਜੇ ਇਹ ਜਾਂਚ ਆ ਜਾਏ, ਇਹ ਤਾਂ ਹੀ ਪੋਸੀਬਲ ਹੋ ਸਕਦਾ, ਤਾਂ ਹੀ ਸੰਭਵ ਹੋ ਸਕਦਾ ਹੈ। ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕਿਆ ਚਰਨ ਧਿਆਏ, ਜਨਮ ਮਰਨ ਮਲ ਉਤਰੇ, ਸੱਚੇ ਕੇ ਗੁਣ ਗਾਏ। ਪ੍ਰਭਾਤੇ ਪ੍ਰਭ ਨਾਮ ਜਪ, ਪ੍ਰਭੂ ਦੇ ਨਾਮ ਵਿੱਚ ਜੁੜੋ। ਇਸ ਵਾਸਤੇ ਗੁਰਬਾਣੀ ਨੇ ਬਾਰ-ਬਾਰ ਇਹ ਗੱਲਾਂ ਦੁਹਰਾਇਆ ਹੈ। ਪ੍ਰਾਤः ਕਾਲ ਹਰ ਨਾਮ ਉਚਾਰੀ, ਈਤ ਊਟ ਕੀ ਓਟ ਸਵਾਰੀ, ਸਦਾ ਸਦਾ ਜਪੀਏ ਹਰ ਨਾਮ, ਪੂਰਨ ਹੋਵੇ ਮਨ ਕੇ ਕਾਮ। ਗੁਰਬਾਣੀ ਨੇ ਵੀ ਗੱਲ ਕਹੀ ਹੈ। ਤੇ ਗੁਰੂ ਨਾਨਕ ਸਾਹਿਬ ਨੇ ਤਾਂ ਪ੍ਰਭਾਤੀ ਰਾਗ ਵਿੱਚ ਇੱਕ ਬੜਾ ਕਮਾਲ ਦਾ ਵਚਨ ਲਿਖਿਆ, ਨੌ ਪ੍ਰਭਾਤੇ ਸ਼ਬਦ ਧਿਆਈਐ, ਛੋਡੋ ਦੁਨੀ ਪ੍ਰੀਤਾ, ਪਰਵਤ ਨਾਨਕ ਦਾਸਨ ਦਾਸਾ, ਜਗ ਹਾਰਿਆ ਤਿਨ ਜੀਤਾ। ਨੌ ਪ੍ਰਭਾਤੇ ਸ਼ਬਦ ਧਿਆਈਐ, ਛੋਡੋ ਦੁਨੀ ਪ੍ਰੀਤਾ, ਦੁਨੀਆ ਦੇ ਪ੍ਰੀਤ ਨੂੰ ਛੱਡੋ, ਅੰਮ੍ਰਿਤ ਵੇਲੇ ਉੱਠਣਾ, ਸ਼ਬਦ ਵਿੱਚ ਜੁੜਨਾ, ਸ਼ਬਦ ਧਿਆਈਐ। ਉਹ ਜੱਗ ਨੂੰ ਜਿੱਤ ਲੈਂਦੇ ਹਨ ਜਿਨ੍ਹਾਂ ਨੇ ਇਸ ਕਠਿਨ ਤਪੱਸਿਆ ਨੂੰ, ਕਠਿਨ ਕੰਮ ਨੂੰ ਸਖੈਨ ਬਣਾ ਲਿਆ ਹੈ। ਕਿਉਂਕਿ ਸਿਫਤ ਸਲਾਹਨ ਅੰਮ੍ਰਿਤ ਵੇਲਾ ਭਾਈ ਗੁਰਦਾਸ ਜੀ ਦਾ ਵੀ ਬਚਨ ਆਉਂਦਾ ਹੈ। ਗੁਰੂ ਭਾਈ ਸਾਹਿਬ ਜੀ ਦੀ ਜੇ ਰਚਨਾ ਨੂੰ, ਫਿਲਾਸਫੀ ਨੂੰ ਅਸੀਂ ਪੜ੍ਹਦੇ ਹਾਂ, ਤਾਂ ਭਾਈ ਸਾਹਿਬ ਜੀ ਤਾਂ ਇਸ ਤੋਂ ਵੀ ਉੱਪਰ ਕਮਾਲ ਦੀ ਗੱਲ ਕਰਦੇ ਹਨ ਕਿ ਮੈਂ ਉਹਨਾਂ ਗੁਰਸਿੱਖਾਂ ਤੋਂ ਸਦਕੇ ਜਾਂਦਾ ਹਾਂ ਜੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਾਵਧਾਨ ਹੋ ਕੇ ਉਸ ਵਾਹਿਗੁਰੂ ਦੀ ਬੰਦਗੀ ਵਿੱਚ ਜੁੜ ਜਾਂਦੇ ਹਨ। ਮੈਂ ਉਹਨਾਂ ਤੋਂ ਸਦਕੇ ਜਾਂਦਾ। ਭਾਈ ਸਾਹਿਬ ਜੀ ਦੀ ਰਚਨਾ ਜਦੋਂ ਅਸੀਂ ਪੜ੍ਹਦੇ ਹਾਂ, ਬਹੁਤ ਵਾਰੀ ਅਸੀਂ ਫਰਮਾਨ ਸੁਣਿਆ ਹੋਇਆ, ਕੁਰਬਾਨੀ ਤਿਨਾ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ, ਕੁਰਬਾਨੀ ਤਿਨਾ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਬੰਦੇ, ਕੁਰਬਾਨੀ ਤਿਨਾ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ। ਕਰਨਾ ਕੀ ਹੈ? ਜਾਪ ਜਪਣਾ, ਵਾਹਿਗੁਰੂ ਦੀ ਯਾਦ ਵਿੱਚ ਜੁੜਨਾ। ਤਾਂ ਗੱਲ ਬੜੀ ਸਪਸ਼ਟ ਹੈ ਕਿ ਗੁਰਮਤਿ ਵਿੱਚ ਹਰ ਵੇਲੇ ਵਾਹਿਗੁਰੂ ਦੀ ਯਾਦ ਵਿੱਚ ਜੁੜਨ ਦਾ ਸਾਨੂੰ ਸੰਦੇਸ਼ ਦਿੱਤਾ ਗਿਆ ਹੈ। ਪਰ ਇਸ ਨਾਲ ਇਹ ਗੱਲ ਦੱਸੀ ਹੈ, ਇਹ ਗੱਲ ਸਮਝਾਈ ਹੈ ਕਿ ਇਹ ਸੰਭਵ ਤਾਂ ਹੈ ਜੇ ਸਵੇਰੇ ਉੱਠ ਕੇ ਪਹਿਲਾਂ ਉਹਦੇ ਵਿੱਚ ਜੁੜਨ ਦਾ ਸੁਭਾਅ ਪੱਕ ਜਾਏ। ਜਦੋਂ ਮਨ ਸ਼ਾਂਤ, ਵਿਕਾਰਾਂ ਤੋਂ ਰਹਿਤ, ਉਸ ਪ੍ਰੀਤਮ ਦੇ ਪਿਆਰੇ ਦੇ ਪ੍ਰਭੂ ਦੇ ਨਾਮ ਵਿੱਚ ਛੇਤੀ ਰੰਗਿਆ ਜਾ ਸਕਦਾ ਹੈ। ਇਹ ਇੱਕ ਨਿਯਮ ਹੈ ਜੋ ਗੁਰੂ ਕੇ ਸਿੱਖਾਂ ਨੂੰ ਗੁਰੂ ਜੀ ਨੇ ਦਿੱਤਾ ਹੈ। ਕਈ ਵਾਰੀ ਕੁਝ ਵਿਚਾਰ ਇਹੋ ਜਿਹੇ ਆ ਜਾਂਦੇ ਹਨ ਵੀ ਜਦੋਂ ਪਾਠ ਕਰ ਰਹੀ ਉਹ ਅੰਮ੍ਰਿਤ ਵੇਲਾ ਹੈ, ਚੰਗੀ ਗੱਲ ਹੈ, ਲੇਕਿਨ ਅੰਮ੍ਰਿਤ ਵੇਲੇ ਦੀ ਡੈਫੀਨੇਸ਼ਨ ਚੇਂਜ ਨਹੀਂ ਕੀਤੀ ਜਾ ਸਕਦੀ। ਪਾਠ ਆਪਣੀ ਸਹੂਲਤਾਂ ਲਈ, ਜੇ ਕੋਈ 8 ਵਜੇ ਉੱਠਦਾ ਉਹ ਕਹਿੰਦਾ ਮੇਰਾ 8 ਵਜੇ ਅੰਮ੍ਰਿਤ ਵੇਲਾ ਹੈ, ਕੋਈ 10 ਵਜੇ ਉੱਠਦਾ ਉਹ ਕਹਿੰਦਾ ਮੇਰਾ 10 ਵੇਲੇ ਉੱਠਦਾ। ਪਾਠ ਕਿਸੇ ਵੇਲੇ ਕੀਤਾ ਜਾ ਸਕਦਾ ਹੈ, ਕੋਈ ਪ੍ਰੋਬਲਮ ਨਹੀਂ ਹੈ। ਸਾਰਾ ਦਿਨ ਸਾਡਾ ਗੁਰਬਾਣੀ ਪੜ੍ਹਨ ਤੇ ਅਸੀਂ ਲਾ ਸਕਦੇ ਹਾਂ, ਪਰ ਗੁਰਬਾਣੀ ਦੇ ਅਸੂਲਾਂ ਦੇ ਉਲਟ ਜਾ ਕੇ ਅੰਮ੍ਰਿਤ ਵੇਲੇ ਦੀ ਪਰਿਭਾਸ਼ਾ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ। ਅਸੀਂ ਇਹ ਨਹੀਂ ਕਹਿ ਸਕਦੇ ਵੀ ਸਾਡਾ ਅੰਮ੍ਰਿਤ ਵੇਲਾ 8 ਵਜੇ ਹੁੰਦਾ, ਦੂਜਾ ਕਵੇ ਮੇਰਾ ਅੰਮ੍ਰਿਤ ਵੇਲਾ 11 ਵਜੇ ਹੁੰਦਾ, ਦੂਜਾ ਕਵੇ ਸਰ ਜਦੋਂ ਸ਼ਾਮ ਨੂੰ ਪਾਠ ਕਰ ਲਿਆ ਅੰਮ੍ਰਿਤ ਵੇਲਾ ਹੀ ਹੈ। ਇਹ ਸਾਡਾ ਭੁਲੇਖਾ ਹੈ, ਇਹ ਸਾਡੀ ਊਨਤਾਈ ਹੈ, ਸਾਡੀ ਕਮੀ, ਆਪਣੀ ਕਮੀ ਨੂੰ ਛੁਪਾਉਣ ਦਾ ਅਸੀਂ ਯਤਨ ਕਰਦੇ ਹਾਂ। ਸਰੀਰਕ ਤੌਰ ਤੇ ਕੋਈ ਦਿੱਕਤ ਹੈ, ਕੋਈ ਮੁਸ਼ਕਲ ਹੈ, ਅਸੀਂ ਗੁਰੂ ਸਾਹਿਬ ਜੀ ਨੇ ਸਾਨੂੰ ਹੱਠ ਦੀ ਗੱਲ ਨਹੀਂ ਕੀਤੀ। ਸਰੀਰ ਨਹੀਂ ਠੀਕ, ਨਹੀਂ ਅੱਜ ਸਿਹਤ ਮੰਨ ਰਹੀ, ਨਹੀਂ ਉੱਠਿਆ ਗਿਆ, ਬੁਖਾਰ ਹੈ,
ਕੋਈ ਹੋਰ ਸਰੀਰਕ ਤਕਲੀਫ ਹੈ, ਗੁਰੂ ਜੀ ਨੇ ਕੋਈ ਹੱਠ ਜੋਗ ਦੀ ਗੱਲ ਨਹੀਂ ਕੀਤੀ, ਲੇਕਿਨ ਇੱਕ ਤੰਦਰੁਸਤ ਸਰੀਰ ਨੂੰ, ਜੋ ਠੀਕ ਸਰੀਰ ਹੈ, ਤਾਂ ਉਹਦੇ ਲਈ ਤਾਂ ਇਹ ਛੂਟ ਨਹੀਂ ਹੈ। ਇਹ ਕਹਿ ਸਕੀਏ ਵੀ ਉਹ ਫਾਰਮੂਲੇ ਵਿੱਚ ਐਕਸੈਪਸ਼ਨ ਕੀ ਹੈ, ਛੂਟ ਕੀ ਹੈ? ਸਰੀਰ ਨਹੀਂ ਠੀਕ, ਅਸੀਂ ਸਫ਼ਰ ਵਿੱਚ ਆ, ਅਸੀਂ ਰਸਤੇ ਵਿੱਚ ਆ, ਫਲਾਈਟ ਵਿੱਚ ਆ, ਜਾਂ ਹੋਰ ਕਿਤੇ ਟ੍ਰੇਨ ਵਿੱਚ ਬੈਠੇ ਆ, ਅਸੀਂ ਨਿਯਮ ਨੂੰ ਪੂਰੀ ਤਰ੍ਹਾਂ ਨਹੀਂ ਨਿਭਾ ਸਕਦੇ। ਗੁਰੂ ਨੇ ਕੋਈ ਸਿਰ ਤੇ ਸੱਟ ਨਹੀਂ ਮਾਰ ਦਿੱਤੀ, ਲੇਕਿਨ ਆਮ ਹਾਲਤਾਂ ਦੇ ਵਿੱਚ ਅਸੀਂ ਬਹਾਨੇ ਦੇ ਨਾਲ ਜਾਂ ਅੰਮ੍ਰਿਤ ਵੇਲੇ ਦੇ ਸਮੇਂ ਨੂੰ ਬਦਲ ਕੇ, ਡੈਫੀਨੇਸ਼ਨ ਦੇ ਕੇ, ਆਪਣੇ ਮੁਤਾਬਕ ਢਾਲ ਕੇ ਸੱਚਮੁੱਚ ਗੁਰੂ ਰਸੂਲਾਂ ਦੀ ਉਲੰਘਣਾ ਕਰਦੇ ਹਾਂ, ਜੋ ਕਿ ਨਹੀਂ ਹੋਣੀ ਚਾਹੀਦੀ। ਗੁਰੂ ਦੇ ਅਸੂਲ ਜਿਹੜੇ ਨੇ, ਗੁਰੂ ਨੇ ਜੋ ਦੱਸੇ ਹੋਏ ਸੰਦੇਸ਼ ਨੇ, ਉਹਦੇ ਮੁਤਾਬਕ ਜੋ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਪਹਿਲਾਂ ਵੀ ਪੜਿਆ ਸੀ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਾ ਕਿਲਵਿਕ ਪਾਪ ਦੋਖ ਲੈ ਜਾਵੇ। ਇਸ ਅਵਸਥਾ ਤੇ ਜਾ ਕੇ ਪਹੁੰਚਣਾ ਹੈ। ਇਹ ਤਾਂ ਹੀ ਸੰਭਵ ਹੈ ਜੇ ਅਸੀਂ ਰਾਤ ਨੂੰ ਸਮੇਂ ਸਿਰ ਸੋਈਏ, ਤਾਂ ਆਪਣੇ ਕੰਮੇ ਕਾਰਾਂ ਨੂੰ ਸੰਕੋਚੀਏ, ਸੌਣ ਦਾ ਅਭਿਆਸ ਬਣਾਈਏ, ਕਿਉਂਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਨੀਂਦ ਵੀ ਜ਼ਰੂਰੀ ਹੈ। ਪੁਰਾਤਨ ਸਮੇਂ ਦੇ ਵਿੱਚ ਬਹੁਤ ਜਲਦੀ ਸੌ ਜਿਆ ਕਰਦੇ ਸੀ। ਮੈਂ ਛੋਟੇ ਹੁੰਦਿਆਂ ਦੇ, ਕਿਉਂਕਿ ਪਿੰਡਾਂ ਦੇ ਵਿੱਚੋਂ ਰਹੇ ਹਾਂ, ਤਾਂ ਸਾਡੇ ਆਮ ਤੌਰ ਤੇ ਪਿੰਡਾਂ ਵਿੱਚ 7:30-8 ਵਜੇ ਤੱਕ ਸਭ ਸੌ ਜਾਂਦੇ ਸੀ। ਔਰ ਇੱਥੇ ਵੈਸਟਰਨ ਕਲਚਰ ਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ, ਇੱਥੇ ਰਾਤ ਦਾ ਡਿਨਰ ਬਹੁਤ ਛੇਤੀ ਕਰਕੇ ਨੀਂਦ ਛੇਤੀ ਬੈੱਡ ਵਿੱਚ ਚਲੇ ਜਾਂਦੇ ਹਨ। ਕਾਰਨ ਇਹ ਹੈ, ਭਾਵੇਂ ਉਹਨਾਂ ਨੇ ਸਵੇਰੇ ਉੱਠ ਕੇ ਕੰਮਕਾਰ ਜਾਣਾ ਹੁੰਦਾ ਹੈ ਜਾਂ ਹੋਰ ਉਹਨਾਂ ਦੀ ਡਿਊਟੀਜ਼ ਹੁੰਦੀਆਂ ਨੇ, ਲੇਕਿਨ ਜਿਹੜਾ ਬੰਦਾ ਸਵੇਰੇ ਦੇ ਟਾਈਮ ਤੇ ਸੋਏਗਾ ਨਹੀਂ, ਉਹ ਟਾਈਮ ਤੇ ਉੱਠੇਗਾ ਵੀ ਨਹੀਂ। ਤਾਂ ਸਾਨੂੰ ਇਹ ਇੱਕ ਆਪਣੇ ਜੀਵਨ ਨੂੰ ਟਾਈਮ ਟੇਬਲ ਬਣਾ ਕੇ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਸਮੇਂ ਸਿਰ ਸੋਈਏ ਤੇ ਸਮੇਂ ਸਿਰ ਉੱਠਣ ਦਾ ਯਤਨ ਕਰੀਏ। ਜਿਹੜੀ ਗੱਲ ਗੁਰੂ ਜੀ ਨੇ ਸਾਨੂੰ ਦੱਸੀ ਹੈ, ਉਹ ਤੇ ਪਹਿਰਾ ਦੇਣ ਦੇ ਯਤਨ ਕਰੀਏ। 100% ਮੁਕੰਮਲ ਤਾਂ ਕੋਈ ਵੀ ਇਨਸਾਨ ਨਹੀਂ ਹੁੰਦਾ, ਕਮੀਆਂ ਤਾਂ ਹਰ ਬੰਦੇ 'ਚ ਹੁੰਦੀਆਂ ਨੇ, ਲੇਕਿਨ ਸਾਡਾ ਕੋਸ਼ਿਸ਼, ਸਾਡਾ ਯਤਨ ਜਿਹੜਾ ਹੈ, ਉਹ ਜ਼ਰੂਰ ਹੋਣਾ ਚਾਹੀਦਾ ਹੈ, ਤਾਂ ਕਿ ਸਾਨੂੰ ਗੁਰੂ ਦਰ ਤੋਂ ਅਸੀਂ ਸੁਰਖਰੂ ਹੋ ਜਾਈਏ, ਪਰ ਗੁਰੂ ਦਰ ਤੇ ਜਾ ਕੇ ਸਾਨੂੰ ਖੁਸ਼ੀਆਂ ਮਿਲ ਸਕਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ, ਪਿਆਰ ਸਤਿ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।